ਹੈਲੋ ਫਰੈਂਡਸ, ਵੈਲਕਮ ਟੂ ਯਰ YouTube ਚੈਨਲ ਇੰਗਲਿਸ਼ ਫੈਮਿਲੀ 87। ਸੋ ਆਪਣੀ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਇੰਗਲਿਸ਼ ਗ੍ਰਾਮਰ ਇਨ ਯੂਜ਼ ਬਾय ਰੈਮਡ ਮਰਫੀ, ਯੂਨਿਟ ਨੰਬਰ 121। ਇਸ ਦੇ ਵਿੱਚ ਆਪਾਂ ਕਰਾਂਗੇ ਐਟ, ਔਨ ਅਤੇ ਇਨ ਦਾ ਯੂਜ਼ ਆਪਾਂ ਇੱਕ ਸੈਂਟੈਂਸ ਦੇ ਵਿੱਚ ਕਿੱਥੇ ਕਰਦੇ ਹਾਂ। ਟਾਈਮ ਦੇ ਲਈ ਇਸ ਲਈ ਲਿਖਿਆ ਹੈ ਕਿਉਂਕਿ ਆਪਾਂ ਐਟ, ਔਨ ਅਤੇ ਇਨ ਦਾ ਯੂਜ਼ ਟਾਈਮ ਤੋਂ ਇਲਾਵਾ ਹੋਰ ਚੀਜ਼ਾਂ ਦੇ ਲਈ ਵੀ ਕਰਦੇ ਹਾਂ, ਪਲੇਸਿਸ ਦੇ ਲਈ ਵੀ ਕਰਦੇ ਹਾਂ, ਕਿਸੇ ਥਿੰਗਸ मतलब चीज़ों के लिए भी करते हैं। जिस तरह आप कहिए एक चीज़ के उपर कोई दूसरी चीज़ पई है तो आप कहने जिस तरह आप बैठे हैं टेबल पर, आप कहेंगे आई एम सिटिंग ऑन द टेबल, तो इत्थे टाइम की गल नहीं आई, आप एक टेबल एक चीज़ के उपर कोई दूसरी चीज़ है। या फिर आप कहिए मैं रेलवे स्टेशन पर खड़ा, एट द रेलवे स्टेशन, वो जगह हो गई प्लेस, उत्थे टाइम की कोई गल नहीं आई। पर आप सिर्फ ਐਟ, ਔਨ ਤੇ ਇਨ ਦਾ ਯੂਜ਼ ਇਸ ਯੂਨਿਟ ਦੇ ਵਿੱਚ ਟਾਈਮ ਸਮੇਂ ਦੇ ਲਈ ਕਰਾਂਗੇ ਕਿ ਸਮੇਂ ਦੇ ਲਈ ਆਪਾਂ ਕਿੱਥੇ ਐਟ ਦਾ ਯੂਜ਼ ਕਰਨਾ, ਕਿੱਥੇ ਔਨ ਦਾ, ਕਿੱਥੇ ਇਨ ਦਾ। ਬਿਲਕੁਲ ਹੀ ਈਜ਼ੀ ਹੈ ਦੇਖਣ ਨੂੰ। ਬੇਸ਼ੱਕ ਤੁਹਾਨੂੰ ਰੂਲਸ ਥੋੜੇ ਜ਼ਿਆਦਾ ਲੱਗਦੇ ਹੋਣ, ਇਹਨਾਂ ਨੂੰ ਆਪਣੀ ਨੋਟਬੁੱਕ ਦੇ ਉੱਪਰ ਪਹਿਲਾਂ ਲਿਖ ਲਓ, ਉਸ ਤੋਂ ਬਾਅਦ ਸਮਝੋ। ਬਿਲਕੁਲ ਈਜ਼ੀ ਹੈ। ਦੇਖੋ ਸਟਾਰਟ ਕਰਦੇ ਹਾਂ। ਸਭ ਤੋਂ ਪਹਿਲਾਂ ਦੇਖੋ ਵੀ ਯੂਜ਼ ਐਟ, ਅਸੀਂ ਐਟ ਦਾ ਯੂਜ਼ ਕਰਦੇ ਹਾਂ ਕਿੱਥੇ ਕਰਦੇ ਹਾਂ, ਫॉर द टाइम ऑफ डे। ਜਿਹੜਾ ਇੱਕ ਦਿਨ ਹੁੰਦਾ ਹੈ, ਦਿਨ ਦੇ ਵਿੱਚ ਅੱਗੇ ਜਿਹੜੇ ਆਪਾਂ ਦਿਨ ਨੂੰ ਇੱਕ ਟਾਈਮ ਸਮੇਂ ਦੇ ਵਿੱਚ ਡਿਵਾਈਡ ਕੀਤਾ ਗਿਆ ਹੈ, ਜਦੋਂ ਆਪਾਂ ਉਸ ਦੇ ਬਾਰੇ ਗੱਲ ਕਰਦੇ ਹਾਂ ਤਾਂ ਉੱਥੇ ਆਪਾਂ ਐਟ ਦਾ ਯੂਜ਼ ਕਰਾਂਗੇ। ਕਿਸ ਤਰ੍ਹਾਂ? ਜਿਸ ਤਰ੍ਹਾਂ ਦੇਖੋ ਐਟ 5 o'clock, ਐਟ 8:45, मतलब कि ਕਲੌਕ ਟਾਈਮ 1 ਵਜੇ ਨੇ, 2 ਵਜੇ ਨੇ, ਐਟ 2 o'clock, ਐਟ 3 o'clock, ਹੈ ਨਾ, ਤਾਂ ਐਟ ਦਾ ਯੂਜ਼ ਕਰਾਂਗੇ। ਜਾਂ ਫਿਰ 1:15 ਹੋਏ ਨੇ, ਹੈ ਨਾ, 8:30 ਹੋਏ ਨੇ, 11:30 ਹੋਏ ਨੇ, ਕੋਈ ਵੀ ਸਮਾਂ ਹੋਵੇ ਤਾਂ ਉੱਥੇ ਆਪਾਂ ਐਟ ਦਾ ਯੂਜ਼ ਕਰਨਾ ਹੈ। ਇਸ ਤੋਂ ਇਲਾਵਾ ਐਟ ਮਿਡਨਾਈਟ ਮਤਲਬ ਕਿ ਅੱਧੀ ਰਾਤ, ਤਾਂ ਉੱਥੇ ਵੀ ਆਪਾਂ ਐਟ ਦਾ ਯੂਜ਼ ਕਰਾਂਗੇ। ਇੱਕ ਚੀਜ਼ ਮੈਂ ਤੁਹਾਨੂੰ ਰੋਕ ਕੇ ਪਹਿਲਾਂ ਦੱਸਣਾ ਚਾਹੁੰਦਾ, ਜਿਹੜਾ ਐਟ, ਔਨ ਅਤੇ ਇਨ ਇਹਨਾਂ ਦਾ ਯੂਜ਼ ਹੈ, ਇਹਨਾਂ ਦੇ ਵਿੱਚ ਜ਼ਿਆਦਾਤਰ ਜਿਹੜੀਆਂ ਚੀਜ਼ਾਂ ਨੇ ਤੁਹਾਨੂੰ ਯਾਦ ਰੱਖਣ ਵਾਲੀਆਂ ਨੇ, ਤੁਹਾਨੂੰ ਯਾਦ ਜ਼ਰੂਰ ਕਰਨੀਆਂ ਪੈਣੀਆਂ। ਇਸ ਲਈ ਮੈਂ ਕਹਿੰਦਾ ਨੋਟਬੁੱਕ ਦੇ ਉੱਪਰ ਲਿਖੋ, ਇਹਨਾਂ ਨੂੰ ਤੁਸੀਂ ਨੇ ਪਰਮਾਨੈਂਟ ਯਾਦ ਹੀ ਰੱਖਣਾ ਹੈ। ਇਹਨਾਂ ਦੇ ਫਿਕਸ ਜਿਹੜੇ ਆਪਾਂ ਕਹਿੰਦੇ ਆ ਰੂਲਸ ਹੁੰਦੇ ਨੇ, ਇਹਨਾਂ ਦੇ ਕੋਈ ਇਸ ਤਰ੍ਹਾਂ ਨਹੀਂ ਹੈ ਜਿਸ ਤਰ੍ਹਾਂ ਆਪਾਂ ਟੈਂਸ ਸਿੱਖਦੇ ਆ ਉਹਨਾਂ ਦੇ ਰੂਲਸ ਗ੍ਰਾਮੈਟਿਕਲੀ ਰੂਲਸ ਹੁੰਦੇ ਨੇ, ਇਹਨਾਂ ਦਾ ਫਿਕਸ ਹੀ ਹੁੰਦਾ, ਮਤਲਬ ਕਿ ਤੁਹਾਨੂੰ ਯਾਦ ਹੀ ਰੱਖਣਾ ਪੈਣਾ। ਤਾਂ ਇਹ ਚੀਜ਼ ਐਟ ਮਿਡਨਾਈਟ ਤੁਹਾਨੂੰ ਯਾਦ ਹੀ ਰੱਖਣਾ ਪੈਣਾ, ਹੈ ਨਾ, ਐਟ ਮਿਡਨਾਈਟ, ਇੱਥੇ ਐਟ ਹੀ ਯੂਜ਼ ਹੋਏਗਾ। ਇਸ ਤਰ੍ਹਾਂ ਐਟ ਲੰਚ ਟਾਈਮ, है ना, लंच टाइम, डिनर हो गया, लंच हो गया, या इत्थे भी आप ऐट का यूज़ करांगे। इस तरह ऐट सनसैट, एक होंदा सनराइज, एक होंदा सनसैट, सूरज छिपन का समा, तो आप ऐट सनसैट। तो ये चीज़ां तुसीं याद रखनियां ने, इत्थे आप ऐट का यूज़ करांगे। अगला वी यूज़ ऑन, हुण असीं ऑन का यूज़ कित्थे करदे हां? ऑन का आप यूज़ करदे हां फॉर डेज एंड डेट्स, दिनां दे नाम, अपना दिनां दे नाल ਅਤੇ ਡੇਟਸ, ਤਰੀਖ ਦੇ ਨਾਲ। ਜਿਸ ਤਰ੍ਹਾਂ ਦੇਖੋ ਕੋਈ ਵੀ ਦਿਨ ਹੋਵੇ, ਸੰਡੇ, ਮੰਡੇ, ਟਿਊਜ਼ਡੇ, ਵੈਡਨਸਡੇ, ਤਾਂ ਆਪਾਂ ਔਨ ਦਾ ਯੂਜ਼ ਕਰਾਂਗੇ, ਔਨ ਫਰਾਈਡੇ, ਹੈ ਨਾ, ਜਾਂ ਫਿਰ ਔਨ ਫਰਾਈਡੇਜ਼। ਤਾਂ ਇਸ ਦੇ ਵਿੱਚ ਉਲਝਣਾ ਨਹੀਂ, ਜੇਕਰ ਪਲੂਰਲ ਹੈ। ਫਰਾਈਡੇਜ਼ ਦਾ ਮਤਲਬ ਇਹ ਹੁੰਦਾ ਹੈ ਕਿ ਹਰ ਸ਼ੁੱਕਰਵਾਰ, ਜੇਕਰ ਆਪਾਂ ਇਹ ਗੱਲ ਕਹਿਣੀ ਹੋਵੇ ਕਿ ਮੈਂ ਹਰ ਸ਼ੁੱਕਰਵਾਰ ਕੋਈ ਇਹ ਕੰਮ ਕਰਦਾ ਤਾਂ ਫਰਾਈਡੇਜ਼ ਆ ਜਾਂਦਾ, ਇੱਕੋ ਗੱਲ ਬਾਤ ਹੈ। ਤਾਂ ਕੋਈ ਵੀ ਦਿਨ ਹੋਵੇ ਤਾਂ ਔਨ ਦਾ ਯੂਜ਼ ਕਰਨਾ ਹੈ। ਓਕੇ, ਅੱਗੇ ਦੇਖੋ ਡੇਟ, ਕੋਈ ਵੀ ਡੇਟ ਹੋਵੇ, ਔਨ 6 ਮਈ 2009, ਇੱਥੇ ਕੋਈ ਵੀ ਡੇਟ ਹੋਵੇ ਤਾਂ ਆਪਾਂ ਔਨ ਦਾ ਯੂਜ਼ ਕਰਨਾ ਹੈ। ਓਕੇ, ਅੱਗੇ ਆ ਜਾਓ, ਔਨ ਕ੍ਰਿਸਮਸ ਡੇ, ਇੱਥੇ ਵੀ ਦਿਨ ਆ ਗਿਆ ਵੀ ਕ੍ਰਿਸਮਸ ਵਾਲੇ ਦਿਨ। ਹੁਣ ਕ੍ਰਿਸਮਸ ਇਹ ਤਾਂ ਹੈ ਨਹੀਂ ਕਿ ਇੱਕ ਮਹੀਨਾ ਕ੍ਰਿਸਮਸ ਹੀ ਚੱਲਦੀ ਰਹਿੰਦੀ ਹੈ, ਉਹ ਇੱਕ ਦਿਨ ਹੀ ਹੁੰਦਾ। ਹਰ ਇੱਕ ਓਕੇਜ਼ਨ ਜਿਹੜਾ ਹੁੰਦਾ, ਤਿਉਹਾਰ ਹੁੰਦਾ, ਇੱਕ ਹੀ ਦਿਨ ਉਹਦਾ ਫਿਕਸ ਜਿਹੜੀ ਮੇਨ ਡੇਟ ਹੁੰਦੀ ਹੈ। ਤਾਂ ਜਦੋਂ ਆਪਾਂ ਉਸ ਦਿਨ ਦੀ ਗੱਲ ਕਰਦੇ ਹਾਂ, ਡੇ ਦੀ, ਹੈ ਨਾ, ਤਾਂ ਡੇ ਆ ਗਿਆ ਇੱਥੇ, ਤਾਂ ਆਪਾਂ ਔਨ ਕ੍ਰਿਸਮਸ ਡੇ ਇੱਥੇ ਯੂਜ਼ ਕਰਾਂਗੇ। ਇਸੇ ਤਰ੍ਹਾਂ ਦੇਖੋ ਔਨ ਮਾਈ ਬਰਥਡੇ, ਔਨ ਆਇਆ, ਔਨ ਮਾਈ ਬਰਥਡੇ, ਕਿਉਂਕਿ ਆਪਣਾ ਜਨਮ ਦਿਨ ਇੱਕ ਹੀ ਦਿਨ ਹੁੰਦਾ, ਤਾਂ ਉਸ ਸਪੈਸ਼ਲ ਦਿਨ ਦੀ ਗੱਲ ਕਰ ਰਹੇ ਹਾਂ। ਬੇਸ਼ੱਕ ਤਰੀਖ ਲਾ ਲਓ, ਸਪੈਸ਼ਲ ਤਰੀਖ ਦੀ, ਬੇਸ਼ੱਕ ਦਿਨ ਦੀ, ਤਾਂ ਕਰਕੇ ਆਪਾਂ ਇੱਥੇ ਔਨ ਦਾ ਯੂਜ਼ ਕਰਾਂਗੇ। ਇਹ ਚੀਜ਼ ਤੁਸੀਂ ਨੇ ਯਾਦ ਰੱਖਣੀ ਹੈ। ਔਰ ਤੀਸਰਾ ਵੀ ਯੂਜ਼ ਇਨ, ਹੁਣ ਅਸੀਂ ਇਨ ਦਾ ਯੂਜ਼ ਕਿੱਥੇ ਕਰਦੇ ਹਾਂ? ਇਨ ਦਾ ਯੂਜ਼ ਅਸੀਂ ਕਰਦੇ ਹਾਂ ਫॉर ਲੌਂਗਰ ਪੀਰੀਅਡ। ਇਨ ਦਾ ਯੂਜ਼ ਅਸੀਂ ਲੰਬੇ ਸਮੇਂ ਲਈ ਕਰਦੇ ਹਾਂ। ਦੇਖੋ ਜੇਕਰ ਤਿੰਨਾਂ ਦਾ ਕੰਬੀਨੇਸ਼ਨ ਦੇਖੋ, ਇਹਨਾਂ ਦਾ ਸਭ ਤੋਂ ਪਹਿਲਾਂ ਜਦੋਂ ਆਪਾਂ ਇਹਨਾਂ ਤਿੰਨਾਂ ਦਾ ਯੂਜ਼ ਸਿੱਖ ਰਹੇ ਹਾਂ, ਜਿਹੜਾ ਐਟ ਹੈ ਉਹਦਾ ਯੂਜ਼ ਆਪਾਂ ਸ਼ਾਰਟ ਦੇ ਲਈ ਕਰ ਰਹੇ ਹਾਂ। ਜਿਹੜਾ ਦਿਨ ਹੁੰਦਾ, ਅੱਗੇ ਦਿਨ ਦੇ ਜਿਹੜੇ ਪਾਰਟਸ ਹੁੰਦੇ ਨੇ, ਟਾਈਮ ਸਮਾਂ, ਉਹਨਾਂ ਨਾਲ ਐਟ। ਔਰ ਅੱਗੇ ਔਨ ਦਾ ਆਪਾਂ ਯੂਜ਼ ਕਰਦੇ ਹਾਂ ਦਿਨ ਦੇ ਨਾਲ ਜਾਂ ਫਿਰ ਡੇਟ ਦੇ ਨਾਲ, ਉਦੋਂ ਥੋੜਾ ਜਿਹਾ ਵੱਡਾ ਹੋ ਗਿਆ। ਔਰ ਇਨ ਦਾ ਯੂਜ਼ ਕਰਦੇ ਆਪਾਂ ਲੌਂਗਰ ਪੀਰੀਅਡ, ਇਸ ਤੋਂ ਵੀ ਲੰਬਾ ਸਮਾਂ, ਜਿਸ ਤਰ੍ਹਾਂ ਕਿ ਮੰਥਸ, ਮਹੀਨਿਆਂ ਦੀ ਗੱਲ ਕਰਨੀ ਹੋਵੇ, ਸਾਲਾਂ ਦੀ ਗੱਲ ਕਰਨੀ ਹੋਵੇ, ਕੋਈ ਸੀਜ਼ਨ ਦੀ ਗੱਲ ਕਰਨੀ ਹੋਵੇ, ਜਿਵੇਂ ਵਿੰਟਰ, ਸਮਰ, ਇਸ ਤਰ੍ਹਾਂ ਕੋਈ ਸੀਜ਼ਨ ਦੀ ਗੱਲ ਕਰਨੀ ਆਪਾਂ ਨੇ। ਜਿਸ ਤਰ੍ਹਾਂ ਦੇਖੋ ਇਨ ਅਕਤੂਬਰ, ਮਤਲਬ ਇੱਥੇ ਸਾਰੇ ਹੀ ਮਹੀਨੇ ਆ ਗਏ, ਇਕੱਲਾ ਅਕਤੂਬਰ ਲਿਖਿਆ, ਜਨਵਰੀ, ਫਰਵਰੀ, ਮਾਰਚ, ਅਪ੍ਰੈਲ, ਇਹਨਾਂ ਨਾਲ ਇਨ ਦਾ ਯੂਜ਼ ਕਰਾਂਗੇ ਆਪਾਂ। ਇਸ ਤੋਂ ਇਲਾਵਾ ਇਨ 1997, ਇਹ ਸਾਲ ਆ ਗਿਆ, ईयर कोई भी समा हो 2009 2007 2015 है ना 1998 कितना भी हो इन का यूज़ करांगे।
इस तरह इन द 18th सेंचुरी, ये उदू वड्डा आ गया 18वीं सदी, पूरी सदी आ गई 1701 तो लैके बाकी सारे 1800 तक, 18वीं सदी आ गई सारी वो। इस तो इलावा इन द पास्ट, ये उदू वड्डा समा गया, जिन्ना भी सारा कुछ पिछे लंघ गया वो पास्ट हो गया। तो ये इन्हां सारिਆਂ ਦੇ ਨਾਲ ਆਪਾਂ इन ਦਾ यूज करांगे। इस तो इलावा जे कोई सीजन होवे जिवें इन द विंटर, विंटर मतलब कि सर्दियों का समा, या फिर इन द समर गर्मियों का समा, तो इन्हां नाल भी आपां इन दा यूज करांगे। ये ब्रैकेट दे विच पाया द, इस दे विच ना उलझो, ये तो कई बार रूल्स हुंदे ने द दे, आपां पहलां कीते ने कि कई बार कल्ला इन विंटर लगदा, इन द विंटर नहीं लगदा है ना। फिलहाल तुसीं इन द विंटर ही याद रखो, ये सीजन आ गया। इस तरह इन द 1990s, 1990s का मतलब हो गया दशक, मतलब 10 साल का समा, 1990 तो लैके 2000 तक ये 10 साल का समा आ गया। जे आप कहांगे 1980 तो लैके 1990 तक, तो आप 1980s कहांगे, 80s का समा आ गया। इस तरह इन द मिडल एजेस है ना, मिडल एजेस की हुंदा है, मिडल एजेस ये भी एक लंबा समा आ गया है ना, मिडल एजेस। इस तरह इन द फ्यूचर, फ्यूचर भी एक लंबा समा आ गया, ठीक है। फ्यूचर का की है, फ्यूचर का भी अपन कोई लिमिटेशंस नहीं हैगी, फ्यूचर भी लंबा, ये सारे देखो लंबा समय, इन्हां दे नाल आपां की करांगे, इन दा यूज करांगे है ना। मिडल एजेस मध्यकालीन, जिवें आपां कह दिंदे आ मध्यकालीन आ गया, तो देखो इन्हां नाल इन दा यूज करांगे। ये तीनों ही देखो बिल्कुल सिंपल, ये तिन्ने चीज़ां पहलां तुसीं आसानी दे नाल समझ जाणियां ने, ये याद रखना है। हुण इस तो अगे देखो तिन्नां दा यूज एक बार आपां सिख लिया, कित्थे यूज करना आपां ने, एट ऑन ते इन दा। हुण अगे आ जाओ, वी यूज एट, हुण आपां एट दे बारे कुछ होर सिखदे हां, एट दा यूज होर आपां कित्थे करदे हां, ये तां याद रखना है, बिल्कुल सिंपल है। तां अगे असीं एट दा यूज करदे इन दीज एक्सप्रैशनस, इन्हां दे नाल आपां एट दा ही यूज करना, ये तुसीं याद ही रखने ने। किहड़े? एट नाइट, आपां रात की गल करदे, मैं रात नूं ये काम करदा, मैं रात नूं, तां नाइट की जो गल हो रही है एट नाइट। या फिर इस तो अगे एट द वीकेंड, जेकर आप वीकेंड की गल करते, हफ्ते का लास्ट दिन की गल करते, भी मैं हफ्ते के लास्ट दिन ये काम करदा, तो एट द वीकेंड, या फिर एट वीकेंड्स भी आ सकता है। जे वीकेंड्स है तो उस नाल द यूज ना करो, एट वीकेंड्स कला। प्लूरल तां करके वीकेंड्स जो आप हर हफ्ते के लास्ट दिन की गल करनी हो, भी हर हफ्ते के लास्ट दिन असीं ये काम करते हैं, तो एट वीकेंड्स आ जाता इत्थे। अगे एट क्रिसमिस, इत्थे देखो क्रिसमिस के नाल हुण आपां इत्थे एट दा यूज कीता है, इत्थे आपां क्रिसमिस तो पहला ऑन दा यूज कीता सी। कारण की है? क्योंकि देखो इत्थे ऑन दा आपां यूज डे अते डेट नाल करदे हां, इत्थे देखो क्रिसमिस तो बाद डे है, तां करके ऑन क्रिसमिस डे। जे डे नहीं हैगा, कल्ला क्रिसमिस है, तो आपां एट क्रिसमिस। कोई भी ओकेजन है कल्ला, उहदे नाल डे नहीं लग्या होया, तो आपां एट क्रिसमिस, एट दिवाली, एट दुसहरा, कोई भी त्यौहार है तो एट का यूज करना है। हुण जेकर क्रिसमिस तो बाद इत्थे डे का यूज कर लीए तो इत्थे ऑन हो जाएगा, ऑन क्रिसमिस डे, ये चीज़ याद रखनी है। इस तो इलावा एट द मोमेंट, ये तो देखो बिल्कुल ईजी जी गल्लां ने, आपां आम अक्सर ही ये तो आपां सुनते हैं, ये तो रट्टा ही ला लो इन्हां तां। एट द मोमेंट, एट प्रेजेंट, दोनों का मतलब एक ही है। एट द सेम टाइम, ये तुसीं ने चीज़ां याद रखनियां ने, बिल्कुल ईजी है। एग्जाम्पल देखो आप कर लेने एग्जाम्पल्स एक दो, जिस तरह की आई डोंट लाइक वर्किंग एट नाइट, रात को मैनूं काम करना पसंद नहीं हैगा। या फिर आप किसी को कहने विल यू बी हेयर, कि तुसीं इत्थे होवोगे एट द वीकेंड, कि हफ्ते के लास्ट दिन तुसीं इत्थे होवोगे। इस तो अगे आई विल मीट यू एट क्रिसमिस, मैं तुहानूं क्रिसमिस वाले दिन मिलांगा। ही इज़ नॉट हेयर एट द मोमेंट, या फिर एट प्रेजेंट, वो हाले इत्थे नहीं आया, हाले तक इत्थे नहीं हैगा। राम एंड शाम अराइव्ड, राम और शाम पहुंचे एट द सेम टाइम, इक्को समय, दोनों इक्को समय पहुंचे, ठीक है। इस तो अगे वी से, एक ये चीज़ भी तुसीं ने याद रखनी है, इन दे नाल ही रिलेटेड है, ठीक है, इन ते ऑन दे नाल रिलेटेड है चीज़। वी से असीं की गल कहने आ, जेकर आपां मॉर्निंग, आफ्टरनून ते ईवनिंग की गल करनी होवे तां आपां कहांगे इन द मॉर्निंग, इन द आफ्टरनून, इन द ईवनिंग। ये एस तां लिखिਆ है उस तरह जिस तरह पहला मैं तुहानूं दस्सिआ, जेकर मॉर्निंग्स कहने आ तो हर दिन की सवेर की गल, हर दिन के सवेर की गल, मॉर्निंग्स की गल कर रहे हैं। चलो फिलहाल इन द मॉर्निंग, इन द आफ्टरनून, इन द ईवनिंग कहना है। जे आप कहेंगे मैं तेनों सुबह मिलूंगा है ना इन द मॉर्निंग, या फिर आप मैं ये काम दोपहरे करूँगा इन द आफ्टरनून। बट जेकर इन्हों तो पहला किसी दिन का नाम आ जाता है, मॉर्निंग तो पहला किसी दिन का नाम आ जाता है, जिस तरह फ्राइडे, संडे, मंडे, ट्यूसडे, वैडनसडे, तो फिर आप ऑन का यूज करांगे, ऑन फ्राइडे मॉर्निंग, ऑन संडे मॉर्निंग, ऑन मंडे मॉर्निंग। इस तरह आफ्टरनून, इन्होंने भी सेम रूल है, ऑन संडे आफ्टरनून, ऑन मंडे आफ्टरनून, ऑन, तो इस तरह ईवनिंग के नाल। जे तो कला मॉर्निंग है इन द मॉर्निंग, जे नाल दिन का आ गया तो ऑन फ्राइडे मॉर्निंग, इस तरह यूज करना है, बस ये चीज़ याद रखनी है। अगला देखो, हुण इत्थे देखो
ਸਪੈਸ਼ਲ ਡਬਲ ਐਰੋ ਲਗਾਇਆ ਕੀ ਲਿਖਿਆ ਹੋਇਆ ਵੀ ਡੂ ਨਾਟ ਯੂਜ਼ ਐਟ ਔਨ ਇਨ ਅਸੀਂ ਐਟ ਔਨ ਅਤੇ ਇਨ ਦਾ ਯੂਜ਼ ਅਸੀਂ ਨਹੀਂ ਕਰਦੇ ਇੱਕ ਸੈਂਟੈਂਸ ਦੇ ਵਿੱਚ ਕਦੋਂ ਨਹੀਂ ਕਰਦੇ ਬਿਫੋਰ ਲਾਸਟ ਨੈਕਸਟ ਦਿਸ ਐਵਰੀ ਇਹ ਜਿਹੜੇ ਚਾਰ ਸ਼ਬਦ ਨੇ ਲਾਸਟ ਨੈਕਸਟ ਦਿਸ ਐਵਰੀ ਇਹਨਾਂ ਸ਼ਬਦਾਂ ਤੋਂ ਪਹਿਲਾਂ ਅਸੀਂ ਐਟ ਔਨ ਤੇ ਇਨ ਦਾ ਯੂਜ਼ ਨਹੀਂ ਕਰਾਂਗੇ ਜਿਸ ਤਰ੍ਹਾਂ ਦੇਖੋ ਆਈ ਵਿਲ ਸੀ ਯੂ ਨੈਕਸਟ ਫਰਾਈਡੇ ਆਪਾਂ ਸਿਰਫ ਇਹ ਕਹਾਂਗੇ ਮੈਂ ਤੁਹਾਨੂੰ ਅਗਲੇ ਸ਼ੁੱਕਰਵਾਰ ਮਿਲਾਂਗਾ ਇਸ ਤਰ੍ਹਾਂ ਨਹੀਂ ਕਹਾਂਗੇ ਆਈ ਵਿਲ ਸੀ ਯੂ ਔਨ ਨੈਕਸਟ ਫਰਾਈਡੇ ਨਹੀਂ ਕਹਾਂਗੇ ਇਹਨਾਂ ਚਾਰਾਂ ਸ਼ਬਦਾਂ ਤੋਂ ਪਹਿਲਾਂ ਆਪਾਂ ਐਟ ਔਨ ਤੇ ਇਨ ਦਾ ਯੂਜ਼ ਨਹੀਂ ਕਰਾਂਗੇ ਇਹ ਚੀਜ਼ ਯਾਦ ਰੱਖਣ ਵਾਲੀ ਹੈ ਯਾਦ ਰੱਖਣੀ ਹੈ ਇੱਕ ਚੀਜ਼ ਇੱਥੇ ਨੋਟ ਵੀ ਕਰਨ ਵਾਲੀ ਹੈ ਹੁਣ ਨੋਟ ਕੀ ਕਰੋਗੇ ਇਨ ਸਪੋਕਨ ਇੰਗਲਿਸ਼ ਸਪੈਸ਼ਲ ਚੀਜ਼ ਇਹ ਨੋਟ ਕਰਿਓ ਜਿਹੜੀ ਆਪਣੀ ਬੋਲਚਾਲ ਥੋੜੀ ਕੁਝ ਹੋਰ ਨਿਕਲ ਗਿਆ ਸੀ ਮੇਰੇ ਮੂੰਹ ਚੋਂ ਜਿਹੜੀ ਬੋਲਚਾਲ ਦੀ ਆਪਣੀ ਇੰਗਲਿਸ਼ ਹੈ ਜਿਵੇਂ ਮਤਲਬ ਲਿਖਣ ਦੀ ਇੰਗਲਿਸ਼ ਹੋਰ ਹੁੰਦੀ ਹੈ ਕੋਈ ਵੀ ਲੈਂਗੁਏਜ ਹੈ ਬੋਲਣ ਦੀ ਹੋਰ ਹੁੰਦੀ ਹੈ ਜਿਹੜੀ ਬੋਲਚਾਲ ਦੀ ਜਿਹੜੀ ਆਪਣੀ ਇੰਗਲਿਸ਼ ਹੈ ਉਸ ਦੇ ਵਿੱਚ ਆਪਾਂ ਕੀ ਕਰਦੇ ਹਾਂ ਵੀ ਆਫਨ ਲੀਵ ਆਊਟ ਅਸੀਂ ਅਕਸ਼ਰ ਛੱਡ ਦਿੰਦੇ ਹਾਂ ਔਨ ਦਾ ਆਪਾਂ ਯੂਜ਼ ਨਹੀਂ ਕਰਦੇ ਬਿਫੋਰ ਡੇਜ਼ ਦਿਨਾਂ ਤੋਂ ਪਹਿਲਾਂ ਵੈਸੇ ਤਾਂ ਆਪਾਂ ਦੇਖੋ ਕੋਈ ਵੀ ਦਿਨ ਹੁੰਦਾ ਸੰਡੇ ਮੰਡੇ ਟਿਊਜ਼ਡੇ ਵੈਡਨਸਡੇ ਉਹ ਤੋਂ ਪਹਿਲਾਂ ਆਪਾਂ ਔਨ ਦਾ ਯੂਜ਼ ਕਰਦੇ ਹਾਂ ਬਟ ਸਪੋਕਨ ਇੰਗਲਿਸ਼ ਦੇ ਵਿੱਚ ਤੁਸੀਂ ਔਨ ਜੇ ਨਹੀਂ ਵੀ ਯੂਜ਼ ਕਰੋਗੇ ਚੱਲ ਜਾਏਗਾ ਜਿਸ ਤਰ੍ਹਾਂ ਆਈ ਵਿਲ ਸੀ ਯੂ ਔਨ ਮੰਡੇ ਮੈਂ ਤੁਹਾਨੂੰ ਮੰਡੇ ਨੂੰ ਮਿਲੂੰਗਾ ਔਨ ਮੰਡੇ ਆ ਗਿਆ ਤੁਸੀਂ ਇਸ ਤਰ੍ਹਾਂ ਵੀ ਕਹਿ ਸਕਦੇ ਹੋ ਆਈ ਵਿਲ ਸੀ ਯੂ ਮੰਡੇ ਮੈਂ ਤੁਹਾਨੂੰ ਮੰਡੇ ਨੂੰ ਮਿਲੂੰਗਾ ਤਾਂ ਇਹ ਵੀ ਰਾਈਟ ਹੈ ਬਿਲਕੁਲ ਠੀਕ ਹੈ ਚਲੋ ਅਗਲਾ ਆ ਜਾਓ ਅਗਲਾ ਰੂਲ ਅਗਲੇ ਦੇ ਵਿੱਚ ਕੀ ਲਿਖਿਆ ਹੈ ਇਨ ਅ ਫਿਊ ਮਿੰਟਸ ਹੈ ਨਾ ਸਾਰਾ ਪਹਿਲਾਂ ਪੜੋ ਇਨ ਅ ਫਿਊ ਮਿੰਟਸ ਇਨ 6 ਮੰਥਸ ਇਨ ਅ ਡੇ ਇਨ ਅ ਵੀਕ ਇਨ ਅ ਮੂਮੈਂਟ ਐਕਸੈਟਰਾ ਜਦੋਂ ਆਪਾਂ ਇਹਨਾਂ ਤਿੰਨਾਂ ਦਾ ਦੇਖੋ ਸਭ ਤੋਂ ਪਹਿਲਾਂ ਜਿਹੜਾ ਆਪਾਂ ਹੁਣ ਕਰਨ ਜਾ ਰਹੇ ਹਾਂ ਆ ਤਿੰਨੇ ਰੂਲਸ ਲਗਭਗ ਤਿੰਨਾਂ ਦਾ ਇੱਕੋ ਮੀਨਿੰਗ ਹੈ ਉੱਪਰਲੇ ਸਾਰੇ ਹੋ ਗਏ ਇਹਨਾਂ ਦਾ ਲਗਭਗ ਇੱਕੋ ਹੀ ਮਤਲਬ ਹੈ ਸਾਰਿਆਂ ਦਾ ਜਦੋਂ ਆਪਾਂ ਕਿਸੇ ਨੂੰ ਇਹ ਗੱਲ ਕਹਿਣੀ ਹੋਵੇ ਪੰਜਾਬੀ ਦੇ ਵਿੱਚ ਸਮਝੋ ਆਪਾਂ ਕਿਸੇ ਨੂੰ ਇਹ ਗੱਲ ਕਹਿਣੀ ਹੋਵੇ ਕਿ ਮੈਂ ਕੋਈ ਵੀ ਕੰਮ ਹੈ ਕਿ ਇਹ ਕੰਮ ਮੈਂ 2 ਦਿਨਾਂ 'ਚ ਕਰ ਲੂੰਗਾ ਆਪਾਂ ਪੰਜਾਬੀ ਦੇ ਵਿੱਚ ਵੀ ਕਹਿੰਦੇ ਹੁੰਦੇ ਆ ਨਾ ਵੀ ਇਹ ਕੰਮ ਹੈ ਯਾਰ 1 ਹਫ਼ਤੇ 'ਚ ਕਰ ਦੇਵਾਂਗਾ ਜਾਂ ਫਿਰ ਆਪਾਂ ਨੂੰ ਕਿਸੇ ਨੂੰ ਕਹਿਣਾ ਹੋਵੇ ਵੀ ਕੋਈ ਨਾ ਮੈਂ ਤੇਰੇ ਲਵੇ ਆ ਜਾਊਂਗਾ ਬਸ 2 ਦਿਨਾਂ 'ਚ ਮੈਂ ਤੇਰੇ ਲਵੇ ਆਉਣਾ ਮੈਂ 1 ਹਫ਼ਤੇ 'ਚ ਤੇਰੇ ਲਵੇ ਪਹੁੰਚ ਜਾਊਂਗਾ ਮੈਂ 6 ਮਹੀਨਿਆਂ 'ਚ ਤੇਰੇ ਲਵੇ ਪਹੁੰਚ ਜਾਊਂਗਾ ਤਾਂ ਉਦੋਂ ਆਪਾਂ ਇਨ ਦਾ ਯੂਜ਼ ਕਰਦੇ ਹਾਂ ਸਮੇਂ ਦੇ ਨਾਲ ਜਿੰਨਾ ਸਮਾਂ ਆਪਾਂ ਕਿਸੇ ਨੂੰ ਦਿੰਨੇ ਆ ਜਿਸ ਤਰ੍ਹਾਂ ਦੇਖੋ ਆਪਾਂ ਕਹਿੰਦੇ ਆ ਆਈ ਵਿਲ ਬੀ ਬੈਕ ਮੈਂ ਵਾਪਸ ਆ ਜਾਊਂਗਾ ਆਪਾਂ ਕਿਤੇ ਜਾ ਰਹੇ ਹਾਂ ਆਪਾਂ ਕਹਿੰਦੇ ਮੈਂ ਵਾਪਸ ਆ ਜਾਊਂਗਾ ਆਈ ਵਿਲ ਬੀ ਬੈਕ ਇਨ ਅ ਵੀਕ 1 ਹਫ਼ਤੇ ਦੇ ਵਿੱਚ ਮੈਂ ਵਾਪਸ ਆ ਜਾਊਂਗਾ ਜਾਂ ਫਿਰ ਇਨ ਅ ਡੇ 1 ਦਿਨ ਦੇ ਵਿੱਚ ਮੈਂ ਵਾਪਸ ਆ ਜਾਊਂਗਾ ਜਾਂ ਫਿਰ ਇਨ 6 ਮੰਥਸ 6 ਮਹੀਨਿਆਂ ਦੇ ਵਿੱਚ ਮੈਂ ਵਾਪਸ ਆ ਜਾਊਂਗਾ ਤਾਂ ਉੱਥੇ ਆਪਾਂ ਇਨ ਦਾ ਯੂਜ਼ ਕਰਾਂਗੇ ਜਦੋਂ ਸਮਾਂ ਦੱਸਣਾ ਹੋਵੇ ਸਮਝ ਗਏ ਨਾ ਜਾਂ ਫਿਰ ਦ ਟ੍ਰੇਨ ਵਿਲ ਬੀ ਲੀਵਿੰਗ ਜਿਹੜੀ ਟ੍ਰੇਨ ਹੈ ਵਿਲ ਬੀ ਲੀਵਿੰਗ ਜਿਹੜੀ ਟ੍ਰੇਨ ਹੈ ਉਹ ਮਤਲਬ ਪਲੇਟਫਾਰਮ ਤੋਂ ਚੱਲੇਗੀ ਇਨ ਅ ਫਿਊ ਮਿੰਟਸ ਮਤਲਬ ਕਿ ਹੁਣ ਤੋਂ ਲੈ ਕੇ ਜਿਸ ਵਕਤ ਆਪਾਂ ਬੋਲ ਰਹੇ ਹਾਂ ਹੁਣ ਤੋਂ ਲੈ ਕੇ ਕੁਝ ਕੁ ਮਿੰਟਾਂ ਤੱਕ ਜਿਹੜੀ ਟ੍ਰੇਨ ਹੈ ਉਹ ਆਪਣੇ ਪਲੇਟਫਾਰਮ ਤੋਂ ਚੱਲ ਰਹੀ ਹੈ ਫਿਊਚਰ ਦੀ ਗੱਲ ਹੈ ਬਟ ਆਪਾਂ ਸਮਾਂ ਦਿੰਦੇ ਹਾਂ ਜਦੋਂ ਵੀ ਇੰਨੇ ਸਮੇਂ ਦੇ ਵਿੱਚ ਆ ਕੰਮ ਹੋ ਜਾਏਗਾ ਤਾਂ ਆਪਾਂ ਇਨ ਦਾ ਯੂਜ਼ ਕਰਦੇ ਹਾਂ ਬਿਲਕੁਲ ਈਜ਼ੀ ਹੈ ਅਗਲਾ ਵੀ ਕੈਨ ਆਲਸੋ ਸੇ ਅਸੀਂ ਇਹ ਵੀ ਕਹਿ ਸਕਦੇ ਹਾਂ ਇਨ 6 ਮੰਥਸ ਟਾਈਮ ਇਨ ਅ ਵੀਕਸ ਟਾਈਮ ਇਨ 4 ਇਅਰਸ ਟਾਈਮ ਅਪੋਸਟ੍ਰੋਫੀ ਲਾ ਕੇ ਜਿੰਨਾ ਵੀ ਸਮਾਂ ਆਪਾਂ ਦੇ ਰਹੇ ਹਾਂ ਇਨ 6 ਮੰਥਸ ਕੱਲਾ 6 ਮੰਥਸ ਵੀ ਕਹਿ ਸਕਦੇ ਹਾਂ ਜੇਕਰ ਚਾਹੀਏ ਅਪੋਸਟ੍ਰੋਫੀ ਲਾ ਕੇ ਨਾਲ ਟਾਈਮ ਵੀ ਲਿਖ ਸਕਦੇ ਹਾਂ ਆਪਾਂ ਕਹਿ ਸਕਦੇ ਇਨ ਅ ਵੀਕ ਕੱਲਾ ਇੰਨਾ ਵੀ ਕਹਿ ਸਕਦੇ ਹਾਂ 1 ਹਫ਼ਤੇ ਦੇ ਵਿੱਚ ਵੀ ਕੋਈ ਕੰਮ 1 ਹਫ਼ਤੇ ਦੇ ਵਿੱਚ ਹੋ ਜਾਊਗਾ ਅਪੋਸਟ੍ਰੋਫੀ ਐਸ ਲਾ ਕੇ ਆਪਾਂ ਟਾਈਮ ਵੀ ਨਾਲ ਲਿਖ ਸਕਦੇ ਹਾਂ ਇਹਦਾ ਮਤਲਬ ਹੋ ਗਿਆ 1 ਹਫ਼ਤੇ ਦੇ ਵਿੱਚ ਜਾਂ ਫਿਰ 1 ਹਫ਼ਤੇ ਦੇ ਟਾਈਮ ਵਿੱਚ ਇੱਕੋ ਗੱਲ ਬਾਤ ਹੈ ਇਹਨਾਂ ਦੇ ਵਿੱਚ ਕੋਈ ਫਰਕ ਨਹੀਂ ਹੈਗਾ ਦੇ ਆਰ ਗੈਟਿੰਗ ਮੈਰਿਡ ਉਹ ਵਿਆਹ ਕਰਵਾਉਣ ਜਾ ਰਹੇ ਨੇ ਇਨ 6 ਮੰਥਸ ਟਾਈਮ 6 ਮਹੀਨਿਆਂ ਦੇ ਸਮੇਂ ਦੇ ਵਿੱਚ ਜਾਂ ਫਿਰ ਕਹਿ ਸਕਦੇ ਹਾਂ ਇਨ 6 ਮੰਥਸ ਇੱਕੋ ਗੱਲ ਬਾਤ ਹੈ ਇਹਨਾਂ ਦੇ ਵਿੱਚ ਦੋਵਾਂ ਵਿੱਚ ਕੋਈ ਪ੍ਰੋਬਲਮ ਨਹੀਂ ਅਪੋਸਟ੍ਰੋਫੀ ਐਸ ਲਗਾ ਕੇ ਟਾਈਮ ਵੀ ਨਾਲ ਲਗਾ ਸਕਦੇ ਆਈ ਹੋਪ ਕਿ ਸਮਝ ਗਏ ਤੁਸੀਂ ਇਹ ਦੋਏ ਇੱਕੋ ਜੀ ਨੇ ਕੋਈ ਗੱਲਬਾਤ ਇਹਨਾਂ ਦੇ ਵਿੱਚ ਫਰਕ ਨਹੀਂ ਹੈਗਾ ਲਾਸਟ ਦੇਖੋ ਵੀ ਆਲਸੋ ਯੂਜ਼ ਇਨ ਅਸੀਂ ਇਨ ਦਾ ਯੂਜ਼ ਕਰਦੇ ਹਾਂ ਟੂ ਸੇ ਹਾਊ ਲੌਂਗ ਇਟ ਟੇਕਸ ਟੂ ਡੂ ਸਮਥਿੰਗ ਕਿਸੇ ਚੀਜ਼ ਨੂੰ ਕਿਸੇ ਕੰਮ ਨੂੰ ਕਰਨ ਦੇ ਵਿੱਚ ਕਿੰਨਾ ਸਮਾਂ ਲੱਗਦਾ ਹੈ ਜਾਂ ਫਿਰ ਕਿੰਨਾ ਸਮਾਂ ਲੱਗਿਆ ਉੱਥੇ ਵੀ ਆਪਾਂ ਇਨ ਕਹਿ ਕੇ ਉਹ ਸਮਾਂ ਦੱਸਾਂਗੇ ਮੰਨ ਲਓ ਆਪਾਂ ਕੋਈ ਚੀਜ਼ ਸਿੱਖ ਗਏ ਕੋਈ ਕੰਮ ਸਿੱਖ ਗਏ ਆਪਾਂ ਕਿਸੇ ਨੂੰ ਦੱਸ ਰਹੇ ਹਾਂ ਕਿ ਇਹ ਕੰਮ ਮੈਂ 2 ਮਹੀਨਿਆਂ 'ਚ ਸਿੱਖ ਗਿਆ ਤਾਂ ਆਪਾਂ ਇਨ 2 ਮੰਥਸ ਇਹ ਕੰਮ ਮੈਂ 1 ਹਫ਼ਤੇ 'ਚ ਸਿੱਖ ਗਿਆ ਇਨ ਅ ਵੀਕ ਸੇਮ ਚੀਜ਼ ਹੈ ਮੈਂ ਕਿਹਾ ਸੀ ਤੁਹਾਨੂੰ ਤਿੰਨਾਂ ਦੀ ਸੇਮ ਚੀਜ਼ ਹੈ ਜਿਵੇਂ ਆਪਾਂ ਕਿਸੇ ਨੂੰ ਕਹਿ ਰਹੇ ਹਾਂ ਆਈ ਲਰਨਡ ਟੂ ਡਰਾਈਵ ਮੈਂ ਡਰਾਈਵ ਕਰਨਾ ਸਿੱਖ ਗਿਆ ਹੈ ਨਾ ਆਈ ਲਰਨਡ ਪਾਸਟ ਹੈ ਮੈਂ ਡਰਾਈਵ ਕਰਨਾ ਸਿੱਖਿਆ ਇਨ 4 ਵੀਕਸ 4 ਹਫ਼ਤਿਆਂ ਦੇ ਵਿੱਚ ਮਤਲਬ ਕਿ
ਇਟ ਟੁੱਕ ਮੀ 4 ਵੀਕਸ ਟੂ ਲਰਨ। ਇਹ ਕੰਮ ਕਰਨ ਦੇ ਵਿੱਚ ਮੈਨੂੰ 4 ਹਫ਼ਤੇ ਲੱਗ ਗਏ। ਆਪਾਂ ਕੁਝ ਵੀ ਕਹੀਏ ਵੀ ਇਹ ਕੰਮ ਮੈਂ ਕੀਤਾ, ਇਹ ਮੈਂ 2 ਸਾਲਾਂ ਦੇ ਵਿੱਚ ਕੀਤਾ, ਇਨ 2 ਈਅਰਸ, ਬਸ ਉੱਥੇ ਆਪਾਂ ਇਨ ਲਾਉਣਾ, ਸਮੇਂ ਦੇ ਨਾਲ ਇਨ, ਕੋਈ ਵੀ ਕੰਮ ਹੈ। ਆਈ ਹੋਪ ਕਿ ਇਹ ਤਿੰਨੋਂ ਵੀ ਤੁਹਾਡੇ ਚੰਗੀ ਤਰ੍ਹਾਂ ਸਮਝ ਆ ਗਏ। ਬਿਲਕੁਲ ਹੀ ਈਜ਼ੀ ਹੈ ਐਟ, ਔਨ, ਇਨ, ਸਮੇਂ ਦੇ ਨਾਲ। ਬਸ ਇਹ ਜੇਕਰ ਤੁਸੀਂ ਸਾਰੇ ਸਮਝ ਲਏ ਤਾਂ ਜਿਹੜੀਆਂ ਐਕਸਰਸਾਈਜ਼ਸ ਨੇ ਉਹਨਾਂ ਨੂੰ ਆਰਾਮ ਦੇ ਨਾਲ ਤੁਸੀਂ ਕਰ ਸਕੋਗੇ। ਸੋ ਇਹ ਸਾਰੇ ਰੂਲਸ ਨੇ ਜਿਹੜੇ ਆਪਣੀ ਤੁਸੀਂ ਨੋਟਬੁੱਕ ਦੇ ਉੱਪਰ ਚੰਗੀ ਤਰ੍ਹਾਂ ਲਿਖ ਲੈਣੇ ਨੇ। ਐਂਡ ਅੱਗੇ ਆਪਣੀ ਇਸ ਯੂਨਿਟ ਦੀ ਫਸਟ ਐਕਸਰਸਾਈਜ਼ ਹੈ, ਦੇਖੋ ਉਹ ਆਪਾਂ ਕਰਦੇ ਹਾਂ। ਇਸ ਦੇ ਵਿੱਚ ਆਪਾਂ ਨੇ ਕੀ ਕਰਨਾ ਹੈ, ਪੁੱਟ ਇਨ, ਐਟ, ਔਨ ਔਰ ਇਨ। ਇਹ ਆਪਾਂ ਨੂੰ ਸੈਂਟੈਂਸਸ ਦਿੱਤੇ ਗਏ ਨੇ, ਇਹਨਾਂ ਦੇ ਵਿੱਚ ਬਲੈਂਕਸ ਛੱਡੇ ਗਏ ਨੇ ਔਰ ਹਰ ਇੱਕ ਬਲੈਂਕਸ ਦੇ ਵਿੱਚ ਆਪਾਂ ਦੇਖਣਾ ਹੈ ਕਿ ਆਪਾਂ ਨੇ ਐਟ ਦਾ ਯੂਜ਼ ਕਰਨਾ ਹੈ, ਔਨ ਦਾ ਜਾਂ ਫਿਰ ਇਨ ਦਾ। ਉਹ ਕਰਨੇ ਕਿਸ ਤਰ੍ਹਾਂ ਨੇ, ਜਿਹੜੇ ਮੈਂ ਤੁਹਾਨੂੰ ਰੂਲਸ ਲਿਖਵਾਏ ਨੇ ਉਸ ਦੇ ਅਕੋਰਡਿੰਗ ਕਿ ਕਿਸ ਸਮੇਂ ਦੇ ਨਾਲ ਆਪਾਂ ਕਿਸ ਦਾ ਯੂਜ਼ ਕਰਨਾ ਹੈ। ਜਿਹੜੀ ਨੋਟਬੁੱਕ ਹੈ ਉਹ ਤੁਸੀਂ ਸਾਹਮਣੇ ਖੋਲ ਕੇ ਰੱਖਣੀ ਹੈ, ਉਸ ਦੇ ਮੁਤਾਬਕ ਤੁਸੀਂ ਦੇਖਣਾ ਹੈ ਕਿ ਕਿਸ ਜਗ੍ਹਾ ਤੇ ਕਿਸ ਦਾ ਯੂਜ਼ ਕਰਾਂਗੇ। ਵੈਸੇ ਤੁਹਾਨੂੰ ਇਸ ਤਰ੍ਹਾਂ ਹੀ ਬਿਨਾਂ ਦੇਖੇ ਵੀ ਤੁਹਾਨੂੰ ਖੁਦ ਬ ਖੁਦ ਪਤਾ ਚੱਲ ਜਾਏਗਾ ਕਿ ਕਿਸ ਜਗ੍ਹਾ ਤੇ ਕਿਸ ਦਾ ਯੂਜ਼ ਆਏਗਾ। ਬਿਲਕੁਲ ਈਜ਼ੀ ਹੈ। ਦੇਖੋ ਸਟਾਰਟ ਕਰਦੇ ਹਾਂ। ਵੈਸੇ ਤੁਸੀਂ ਇਸ ਨੂੰ ਵੀਡੀਓ ਨੂੰ ਪੌਜ਼ ਕਰਕੇ ਪਹਿਲਾਂ ਖੁਦ ਵੀ ਆਪਣਾ ਫਿਲ ਕਰਨ ਦੀ ਕੋਸ਼ਿਸ਼ ਕਰ ਸਕਦੇ ਹੋ, ਹਨਾ, ਖੁਦ ਫਿਲ ਕਰਕੇ ਦੇਖੋ, ਬਾਅਦ ਦੇ ਵਿੱਚ ਮੈਚ ਕਰੋ। ਦੇਖੋ ਫਸਟ, ਮੋਜ਼ਾਰਟ ਵਾਸ ਬੋਰਨ, ਇੱਕ ਦਾ ਨਾਮ ਹੈ, ਇਨ ਸਲਜ਼ਬਰਗ। ਜਿਹੜਾ ਮੋਜ਼ਾਰਟ ਨਾਂ ਦਾ ਬੰਦਾ ਹੈ, ਵਾਸ ਬੋਰਨ, ਉਸ ਦਾ ਜਨਮ ਹੋਇਆ ਸੀ ਇਸ ਜਗ੍ਹਾ ਤੇ, ਸਲਜ਼ਬਰਗ ਦੀ ਜਗ੍ਹਾ ਤੇ। ਕਦੋਂ ਹੋਇਆ ਸੀ? 1756 ਦੇ ਵਿੱਚ। ਦੇਖੋ ਸਾਲ ਆ ਗਿਆ, ਹਨਾ, ਈਅਰ ਆ ਗਿਆ, ਤਾਂ ਕਰਕੇ ਇਨ 1756। ਬਿਲਕੁਲ ਈਜ਼ੀ ਹੈ, ਮੈਂ ਤੁਹਾਨੂੰ ਕਰਵਾ ਕੇ ਹਟਿਆ। ਆਈ ਹੋਪ ਕਿ ਦੁਬਾਰਾ ਦੱਸਣ ਦੀ ਜ਼ਰੂਰਤ ਨਹੀਂ। ਅਗਲਾ ਦੇਖੋ, ਆਈ ਹੈਵ ਬੀਨ ਇਨਵਾਈਟਡ ਟੂ ਅ ਵੈਡਿੰਗ। ਮੈਨੂੰ ਮਤਲਬ ਕਹਿੰਦਾ ਵਿਆਹ ਦੇ ਵਿੱਚ ਜਿਹੜਾ ਨਿਯੋਤਾ, ਵਿਆਹ ਦੇ ਵਿੱਚ ਸੱਦਾ ਜਿਹੜਾ ਉਹ ਆਇਆ ਸੀਗਾ, ਹਨਾ, ਵਿਆਹ ਦੇ ਵਿੱਚ ਸੱਦਾ ਆਇਆ ਹੈ। ਔਰ ਕਦੋਂ ਦਾ ਹੈ? 14 ਫਰਵਰੀ, 14 ਫਰਵਰੀ ਡੇਟ ਆ ਗਈ। ਡੇ ਅਤੇ ਡੇਟ ਦੇ ਨਾਲ ਆਪਾਂ ਯੂਜ਼ ਕਰਦੇ ਹਾਂ ਔਨ, ਇਸ ਦਿਨ ਆਇਆ ਸੀ। ਅੱਗੇ ਇਲੈਕਟ੍ਰਿਸਿਟੀ ਪ੍ਰਾਈਜ਼ਸ ਆਰ ਗੋਇੰਗ ਅਪ। ਜਿਹੜੇ ਬਿਜਲੀ ਦੇ ਪ੍ਰਾਈਜ਼ਸ ਨੇ ਗੋਇੰਗ ਅਪ, ਉਹ ਜ਼ਿਆਦਾ ਮਤਲਬ ਵਧਣ ਜਾ ਰਹੇ ਨੇ। ਜਿਹੜੀ ਇਲੈਕਟ੍ਰਿਸਿਟੀ ਮਹਿੰਗੀ ਹੋਣ ਜਾ ਰਹੀ ਹੈ। ਕਦੋਂ? ਅਕਤੂਬਰ ਦੇ ਵਿੱਚ। ਦੇਖੋ ਮੰਥ ਆ ਗਿਆ, ਮਹੀਨਾ, ਤਾਂ ਆਪਾਂ ਇਨ ਦਾ ਯੂਜ਼ ਕਰਾਂਗੇ। ਅਗਲਾ ਵੀਕਐਂਡਸ। ਸਭ ਤੋਂ ਪਹਿਲਾਂ ਤਾਂ ਦੇਖੋ ਵੀਕਐਂਡ ਅਤੇ ਵੀਕਐਂਡਸ ਦੇ ਨਾਲ ਆਪਾਂ ਕਿਸ ਦਾ ਯੂਜ਼ ਕਰਦੇ ਹਾਂ? ਬਿਲਕੁਲ ਈਜ਼ੀ, ਆਪਾਂ ਨੂੰ ਪਤਾ ਕਰਕੇ ਹਟੇ, ਐਟ ਦਾ। ਐਟ ਵੀਕਐਂਡਸ ਮਤਲਬ ਕਿ ਵੀਕਐਂਡਸ ਹੈ ਪਲੂਰਲ, ਤਾਂ ਮਤਲਬ ਇਸ ਦਾ ਕਹਿਣ ਦਾ ਮਤਲਬ ਕਿ ਹਰ ਇੱਕ ਵੀਕਐਂਡ। ਐਟ ਵੀਕਐਂਡਸ ਵੀ ਆਫਨ ਗੋ ਫॉर ਲੌਂਗ ਵਾਕ ਇਨ ਦ ਕੰਟਰੀ। ਵੀ ਹਰ ਵੀਕਐਂਡ ਅਸੀਂ ਵਾਕ ਕਰਨ ਜਾਂਦੇ ਹਾਂ, ਲੌਂਗ ਵਾਕ ਤੇ ਜਾਂਦੇ ਹਾਂ। ਪੰਜਵਾਂ, ਆਈ ਹੈਵਨਟ ਸੀਨ ਕੇਟ। ਮੈਂ ਕੇਟ ਨੂੰ ਨਹੀਂ ਦੇਖਿਆ ਫॉर ਅ ਫਿਊ ਡੇਜ਼। ਕੁਝ ਦਿਨਾਂ ਤੋਂ ਕਹਿੰਦੇ ਕੇਟ ਹੈ ਜਿਹੜੀ ਉਹ ਮੈਨੂੰ ਨਹੀਂ ਮਿਲੀ ਜਾਂ ਮੈਂ ਉਸ ਨੂੰ ਨਹੀਂ ਦੇਖਿਆ। ਆਈ ਲਾਸਟ ਸੌ ਹਰ। ਲਾਸਟ ਵਾਰ ਉਸ ਨੂੰ ਮੈਂ ਦੇਖਿਆ ਸੀ ਟਿਊਜ਼ਡੇ। ਦੇਖੋ ਦਿਨ ਆ ਗਿਆ, ਕਹਿੰਦਾ ਮੈਂ ਟਿਊਜ਼ਡੇ ਮੰਗਲਵਾਰ ਦੇਖਿਆ ਸੀ ਮੈਂ ਉਸ ਨੂੰ, ਮੰਗਲਵਾਰ ਨੂੰ। ਦਿਨ ਆ ਗਿਆ ਤਾਂ ਦਿਨ ਦੇ ਨਾਲ ਆਪਾਂ ਕਿਸ ਦਾ ਯੂਜ਼ ਕਰਦੇ ਹਾਂ? ਆਪਾਂ ਔਨ ਦਾ ਯੂਜ਼ ਕਰਦੇ ਹਾਂ, ਔਨ ਟਿਊਜ਼ਡੇ। ਪੰਜਵਾਂ, ਆਈ ਹੈਵਨਟ ਸੀ ਕੇਟ ਫॉर ਅ ਫਿਊ ਡੇਜ਼। ਇਹ ਆਪਾਂ ਕਰ ਲਿਆ, ਸੌਰੀ, ਪੰਜਵਾਂ ਕਰ ਲਿਆ, ਆਪਾਂ ਦੁਬਾਰਾ ਰਿਪੀਟ ਹੋ ਗਿਆ ਸੀ। ਛੇਵਾਂ, ਜੋਨੈਥਨ ਇਜ਼ 63। ਜਿਹੜਾ ਜੋਨੈਥਨ ਹੈ ਉਹ 63 ਸਾਲ ਦਾ ਹੈ ਜਾਂ 63 ਸਾਲ ਦੀ ਹੈ, ਹਨਾ, 63 ਸਾਲ ਦਾ, ਇੱਥੇ ਹੀ ਆ ਗਿਆ। ਉਹ 63 ਸਾਲ ਦਾ। ਹੀ ਵਿਲ ਬੀ ਰਿਟਾਇਰਿੰਗ ਫਰੋਮ ਹਿਸ ਜੌਬ। ਉਹ ਆਪਣੀ ਜੌਬ ਤੋਂ ਰਿਟਾਇਰ ਹੋ ਰਿਹਾ ਹੈ 2 years ਟਾਈਮ। 2 ਸਾਲਾਂ ਦੇ ਸਮੇਂ ਦੇ ਵਿੱਚ। ਦੇਖੋ ਲੰਬਾ ਸਮਾਂ ਗਿਆ ਵੀ 2 ਸਾਲਾਂ ਦੇ ਵਿੱਚ ਉਹ ਰਿਟਾਇਰ ਹੋਣ ਜਾ ਰਿਹਾ ਹੈ, ਤਾਂ ਕਰਕੇ ਇੱਥੇ ਆਪਾਂ ਇਨ ਦਾ ਯੂਜ਼ ਕਰਾਂਗੇ। ਦੇਖੋ ਸਾਰਿਆਂ ਦਾ ਰਾਈਟ ਹੈ, ਇਨ 2 years ਟਾਈਮ। ਸੱਤਵਾਂ, ਆਈ ਐਮ ਬਿਜ਼ੀ ਰਾਈਟ ਨਾਓ। ਕਹਿੰਦਾ ਹੁਣ ਮੈਂ ਬਿਜ਼ੀ ਹਾਂ, ਬਟ ਆਈ ਵਿਲ ਬੀ ਵਿਦ ਯੂ। ਪਰ ਮੈਂ ਤੁਹਾਡੇ ਨਾਲ ਹੋਵਾਂਗਾ ਅ ਮੂਮੈਂਟ। ਦੇਖੋ ਹੁਣ ਇੱਥੇ ਇੱਕ ਚੀਜ਼ ਯਾਦ ਰੱਖਣੀ ਹੈ, ਅ ਮੂਮੈਂਟ ਆ ਗਿਆ। ਇੱਕ ਤਾਂ ਹੈਗਾ ਅ ਮੂਮੈਂਟ ਔਰ ਇੱਕ ਹੈ ਐਟ ਦ ਮੂਮੈਂਟ, ਇਨ ਅ ਮੂਮੈਂਟ, ਐਟ ਦ ਮੂਮੈਂਟ। ਦੇਖੋ ਇਹ ਦੋਨੋਂ ਸੈਂਟੈਂਸ ਜਿਹੜੇ ਦੋਨੋਂ ਨੇ, ਇਹਨੂੰ ਕੰਪੇਅਰ ਕਰਨਾ। ਇੱਥੇ ਹੈਗਾ ਦ ਮੂਮੈਂਟ। ਦੇਖੋ ਐਟ ਦਾ ਮੂਮੈਂਟ ਦਾ ਮਤਲਬ ਹੁੰਦਾ ਇਸ ਵਕਤ, ਐਟ ਦਾ ਮੂਮੈਂਟ ਹੁੰਦਾ ਇਸ ਵਕਤ। ਇਨ ਅ ਮੂਮੈਂਟ ਦਾ ਮਤਲਬ ਹੁੰਦਾ ਕੁਝ ਹੀ ਸਮੇਂ ਵਿੱਚ, ਮਤਲਬ ਹੁਣ ਤੋਂ ਲੈ ਕੇ ਅਗਲੇ ਕੁਝ ਹੀ ਸਮੇਂ ਵਿੱਚ। ਔਰ ਇੱਥੇ ਕਹਿਣ ਦੀ ਕੋਸ਼ਿਸ਼ ਕਰ ਰਿਹਾ ਕਿ ਹੁਣ ਤਾਂ ਮੈਂ ਬਿਜ਼ੀ ਹਾਂ, ਬਟ ਆਈ ਵਿਲ ਬੀ ਵਿਦ ਯੂ, ਪਰ ਮੈਂ ਤੇਰੇ ਨਾਲ ਹੋਵਾਂਗਾ ਅ ਮੂਮੈਂਟ, ਵੀ ਕੁਝ ਹੀ ਸਮੇਂ ਵਿੱਚ, ਮਤਲਬ ਕਿ ਹੁਣ ਤੋਂ ਲੈ ਕੇ ਜਿਹੜਾ ਅਗਲਾ ਕੁਝ ਸਮਾਂ ਮੈਂ ਤੇਰੇ ਲਵੇ ਜ਼ਰੂਰ ਆਵਾਂਗਾ। ਇਹਦਾ ਮਤਲਬ ਇੱਥੇ ਇਨ ਅ ਮੂਮੈਂਟ ਆਏਗਾ। ਬਟ ਅਗਲਾ ਦੇਖੋ, ਮਾਈ ਬ੍ਰਦਰ ਇਜ਼ ਐਨ ਇੰਜੀਨੀਅਰ। ਜਿਹੜਾ ਮੇਰਾ ਬ੍ਰਦਰ ਹੈ ਉਹ ਇੱਕ ਇੰਜੀਨੀਅਰ ਹੈ, ਬਟ ਡਜ਼ਨਟ ਹੈਵ ਅ ਜੌਬ। ਪਰ ਉਸਦੇ ਕੋਲ ਕੋਈ ਜੌਬ ਨਹੀਂ ਹੈਗੀ। ਦ ਮੂਮੈਂਟ ਇੱਥੇ ਹੈਗਾ ਐਟ, ਮਤਲਬ ਐਟ ਦ ਮੂਮੈਂਟ, ਬਟ ਉਸਦੇ ਕੋਲ ਇਸ ਵਕਤ ਐਟ ਦ ਮੂਮੈਂਟ ਕੋਈ ਵੀ ਜੌਬ ਹੈ ਜਿਹੜੀ ਉਹ ਨਹੀਂ ਹੈਗੀ, ਤਾਂ ਕਰਕੇ ਇੱਥੇ ਐਟ ਦ ਮੂਮੈਂਟ ਆਏਗਾ।
9ਵਾਂ देयर आर यूजली अ लॉट ऑफ पार्टीज, इत्थे अक्सर बहुत सारिया पार्टीज होंदियां ने। न्यू ईयरस ईव, देखो न्यू ईयरस ईव नवे साल की ईव का मतलब इत्थे है ईवनिंग, इत्थे है ईवनिंग भी नवे साल की ईवनिंग ते हुण देखो नवे साल की ईवनिंग मैं तुहानूं पहलां भी दस्सिया सी जदों कोई स्पैशल डेट या कोई दिन उसकी गल हो रही होवे तो उत्थे ऑन का यूज़ करते हैं। इत्थे न्यू ईयर, इत्थे एक साल की गल नहीं हो रही भी एक साल दे विच कोई ये काम नहीं। न्यू ईयरस ईव, न्यू ईयरस ईव देखो नवा साल कदों हुंदा 1 जनवरी, तो 1 जनवरी की ईवनिंग की गल हो रही है, ਇਹਦਾ मतलब इत्थे आएगा ऑन न्यू ईयरस ईव। अगला 10वां आई डोंट लाइक ड्राइविंग नाइट एट नाइट, ईजी याद होएगा तुहाडे। 11वां माई कार इज बीइंग रिपेयर्ड एट द गैरेज, जी मेरी कार है वो गैरेज दे विच रिपेयर हो रही है, मतलब मैं रिपेयर होनी देन आया, हो रही है रिपेयर। इट विल बी रेडी, ये रेडी हो जाएगी 2 आवर्स, 2 घंटिया च, मतलब कि हुण तो 2 घंटिया दे विच इन 2 आवर्स, 2 घंटिया दे विच मेरी कार है जी वो रेडी हो जाएगी। 12वां माई फोन एंड डोरवैल रैंग, मेरा फोन और डोरवैल दोनों ही बजे द सेम टाइम, एट द सेम टाइम, इक्को समय दोने बजे। 13वां मैरी एंड डेविड ऑलवेज गो आउट, मैरी और डेविड हमेशा बाहर जाते हैं फॉर डिनर के लिए, बाहर जाते हैं कदों जाते हैं देयर वैडिंग एनिवर्सरी, वैडिंग एनिवर्सरी दे हुण वैडिंग एनिवर्सरी तो एक दिन ही होंदी है तां करके ऑन देयर वैडिंग एनिवर्सरी। 14वां इट वॉज अ शॉर्ट बुक, जी ये बुक है शॉर्ट बुक है, छोटी बुक है, एंड ईजी टू रीड, रीड करने के लिए भी बिल्कुल ईजी सी, ये पास्ट की गल हो रही है। इट वॉज अ शॉर्ट बुक, ये बुक है बहुत शॉर्ट सी एंड ईजी टू रीड, पढ़ना भी बिल्कुल इसनूं आसान सी। आई रीड इट, मैं इसनूं पढ़ लिया क्योंकि पास्ट की गल हो रही है, ਇਹਦਾ मतलब ये सैकेंड फॉर्म है, रीड 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 तीनों फॉर्म ਦੇ ਵਿੱਚ ਇੱਕੋ ਹੀ ਹੁੰਦੀ है। आई रीड इट अ डे, मैं इसनूं एक दिन ਦੇ ਵਿੱਚ पढ़ लिया, मतलब कोई काम मैं किन्ने समय च कर लिया, मैं ਤੁਹਾਨੂੰ लास्ट ਤੇ ਉਹ ਸਮਝਾਇਆ ਸੀ ਨਾ ਇੱਕ ਦਿਨ ਦੇ ਵਿੱਚ, ਤਾਂ ਕਰਕੇ ਇੱਥੇ इन अ डे भी ਇਹ ਕੰਮ मैं एक दिन ਦੇ ਵਿੱਚ कर लिया। 15वां सैटरडे, देखो ये बिल्कुल ईजी है, ऑन सैटरडे नाइट, ऑन सैटरडे नाइट डे आ गया ना ऑन सैटरडे नाइट आई वेंट टू बैड, सैटरडे नाइट मैं बैड ते सौन चला गया। मिडनाइट, मिडनाइट के नाल आपां एट का यूज़ करते हैं, उपर सब तो पढ़िया सी एट मिडनाइट। 16वां वी ट्रैवल्ड ओवरनाइट, असी पूरी रात ट्रैवल किया। एंड अराइवड, पहुंच गए 5 o'clock, एट 5 o'clock, याद आ गया ना, एट 5 o'clock। मॉर्निंग इन द मॉर्निंग, इत्थे इन मैं पहला तो लिख दिता, वैसे द मॉर्निंग आएगा, द मॉर्निंग इन द मॉर्निंग, इत्थे इस तरह आएगा इन द मॉर्निंग, कई बार गलती ना लिखा जाता है, कला द मॉर्निंग सी ब्लैंक सी, इत्थे इन आएगा इन द मॉर्निंग। 17वां द कोर्स बिगिनस, जिहड़ा कोर्स है वो स्टार्ट होंदा है, कदों स्टार्ट होंदा है 7 जनवरी, देखो ऑन 7 जनवरी, डेट आ गई ऑन 7 जनवरी। एंड एंड्स, खत्म होंदा है समटाइम्स, कई बार अप्रैल दे विच, महीना गया इन अप्रैल। 18वां आई माइट नॉट बी एट होम, शायद मैं घरे ना होवां ट्यूजडे, ऑन ट्यूजडे, दिन आ गया ऑन ट्यूजडे मॉर्निंग, भी ट्यूजडे की मॉर्निंग में शायद मैं घरे ना होवां, ठीक है। बट आई विल बी देयर, पर मैं इत्थे होवांगा द आफ्टरनून, इन द आफ्टरनून, इत्थे आप इन द आफ्टरनून लिखांगे, ठीक है, ये तुहानूं पता ही है इन द मॉर्निंग इन द आफ्टरनून, ठीक है, इस तरह। सो देखो बिल्कुल ईजी है एट ऑन ते इन दा यूज़ करना, बट ਜਿਹੜੇ मैं पहला तुहानूं रूल्स समझाए सी, जेकर वो सारे तुहाडे याद ने, चंगी तरह उन्होंने याद करो, फिर तुसीं ईजिली समझ सकोगे कि एट दा यूज़ कित्थे करना है, ऑन दा कित्थे, और इट दा सॉरी इन दा कित्थे। सो ये सी अपनी इस यूनिट की अपनी एक्सरसाइज फर्स्ट। एंड इस तो अगे हुण अपनी इस यूनिट की सैकंड एक्सरसाइज है जी, देखो वो आपां देखदे हां, इस दे विच की करना है, कंप्लीट द सेंटेंसेस, जिहड़े ये सेंटेंस ने इन्हां नूं होर भी अगे कंप्लीट करना है, और करना किस तरह है, यूज एट ऑन और इन, एट ऑन ते इन दा आपां ने यूज करना है, प्लस द फॉलोइंग्स, मतलब कि एट ऑन ते इन उन्हां दा यूज करके उस तो बाद अगे आपां इन्हां दा भी यूज करना है अकॉर्डिंग टू सेंस, मतलब कि सेंटेंस की सेंस के मुताबिक इन्हां दे विचों इन्हां दे नाल अगे किहड़ा शब्द आएगा, और उस तो पहला देखना अपने जदों वो शब्द नीचे लेके आवांगे कि उस नाल एट आएगा, इन आएगा या फिर ऑन आएगा। उस तरह ये सारे टाइम ने कि किस समय दे नाल की आएगा, जिस तरह मैं तुहानूं दस्सिया भी ये देखो डेट दी गई है, इस दे नाल ऑन आएगा, ये देखो ईयर दिता गया, इस दे नाल इन आएगा, इस तरह आपां ने सारे फिट करने ने, जिस दे नाल जो भी आएगा।
जिस दे नाल एट आएगा, ऑन आएगा, इन आएगा। देखो आप स्टार्ट करते हैं, बिल्कुल ईजी है। देखो फर्स्ट, कोलंबस मेड हिज फस्ट वेज होंदा है जल यात्रा। जी कोलंबस है उसने अपनी फस्ट जी जल यात्रा की सी फ्रॉम यूरोप टू अमेरिका, यूरोप तो लग के अमेरिका तक अपनी फस्ट जल यात्रा जी वो की सी। ਹੁਣ कदों की सी इस बारे थोड़ी जी जीके का क्वेश्चन नॉलेज होनी जरूरी है, बट मैं दस दिना 1492 ਦੇ ਵਿੱਚ ਕੀਤੀ ਸੀ। ਹੁਣ ਇੱਥੇ 1492 ਲਿਖਾਂਗੇ ਤਾਂ ਇਹ ਦੇਖੋ ईयर आ गया, ਤਾਂ ਕਰਕੇ ਇੱਥੇ ਆਪਾਂ in 1492 इस तरह देखो पहले का आंसर आ गया। अगला देखो, इफ द स्काई इज क्लीयर, जेकर जिहड़ा आसमान है क्लीयर होवे, यू कैन सी द स्टार्स, तां तुसी तारे देख सकते हो। ਹੁਣ ਤਾਰੇ ਆਪਾਂ ਕਦੋਂ ਦੇਖ ਸਕਦੇ ਹਾਂ? ਪਹਿਲੀ ਗੱਲ ਤਾਂ ਤਾਰੇ ਦੇਖੋ ਰਾਤ ਨੂੰ ਹੀ ਹੁੰਦੇ ਨੇ, ਨਾਈਟ ਨੂੰ ਹੀ ਹੁੰਦੇ ਨੇ, ਬਾਕੀ ਤਾਂ ਕੋਈ ਫਿੱਟ ਨਹੀਂ ਹੁੰਦਾ। ਤਾਂ ਨਾਈਟ ਦੇ ਵਿੱਚ, ਰਾਤ ਦੇ ਵਿੱਚ ਤੁਸੀਂ ਤਾਰੇ ਦੇਖ ਸਕਦੇ ਹੋ। ਨਾਈਟ ਦੇ ਨਾਲ ਆਪਾਂ ਐਟ ਨਾਈਟ ਦਾ ਯੂਜ਼ ਕਰਦੇ ਹਾਂ। ਦੇਖੋ ਬਿਲਕੁਲ ਈਜ਼ੀ ਹੈ। ਤੀਸਰਾ, ਆਫਟਰ ਵਰਕਿੰਗ ਹਾਰਡ ਡਿਊਰਿੰਗ ਦ ਡੇ, ਦਿਨ ਦੇ ਦੌਰਾਨ ਸਖਤ ਕੰਮ ਕਰਕੇ ਹੈ ਨਾ, ਆਈ ਲਾਈਕ ਟੂ ਰਿਲੈਕਸ, ਹੁਣ ਮੈਂ ਰਿਲੈਕਸ ਹੋਣਾ ਚਾਹੁੰਦਾ डैश। हुण रिलैक्स कदों होना चाहता है? देखो आप दिने काम करके आप ये भी कह सकते थे कि रात को रिलैक्स होना चाहना, बट नाइट है जी वो पहला यूज़ हो गया, नाइट है नहीं। हुण होर किहड़ी चीज़ आ सकती है? देखो द ईवनिंग आ सकता है भी दिने काम किया, हुण मैं ईवनिंग नूं शाम के दौरान मैं रिलैक्स होना चाहना। हुण द ईवनिंग है, द ईवनिंग दे नाल आपां इन द ईवनिंग, इन द ईवनिंग जिहड़ा आपां यूज़ करते हैं। ठीक है, क्लीयर है। अगे देखो चौथा, नील आर्मस्ट्रॉन्ग वॉज द फस्ट मैन, जिहड़ा नील आर्मस्ट्रॉन्ग है वो फस्ट व्यक्ति सीगा टू वॉक ऑन द मून, जिहड़ा कि चंद के उपर चलिया सी। हुण नील आर्मस्ट्रॉन्ग चंद के उपर कदों चलिया सी, इस बारे भी नॉलेज होनी चाहिए है। वैसे इन्होंने डेट दी पई है, देखो इस तो अंदाजा लग सकता है 21 जुलाई 1969। देखो एक डेट दी हुई है, डेट के नाल आपां की यूज़ करते हैं? ऑन। तो इत्थे आपां ऑन का यूज़ करांगे, ऑन का यूज़ करांगे। ऑन 21 जुलाई 1969, 21 जुलाई 1969 ये अपना आंसर आ जाएगा। पंजवां, इट्स डिफिकल्ट टू लिसन, कहना सुनना बहुत ज़्यादा मुश्किल है। इफ जेकर एवरीवन इज स्पीकिंग, जेकर सारे ही बोल रहे होण। हुण सारे की बोल रहे होण, आपां नूं सुनना मुश्किल कदों होएगा? जेकर सारे की बोल रहे होण। हुण आपां देखांगे जेकर सारे देखो एट द सेम टाइम, जेकर सारे लोग एक ही समय बोली जाण तो सुनना मुश्किल हुंदा है। तां करके द सेम टाइम है, द सेम टाइम दे नाल आपां यूज़ करदे हां एट द सेम टाइम, ये आपां पढ़िआ एट द सेम टाइम, ये आंसर आ जाएगा। छेवां, जज बिकेम, जज एक सैलीब्रिटी का नाम है ना, यूनाइटेड स्टेट्स का। जज बिकेम पॉपूलर, जिहड़ा जज है बिकेम पॉपूलर, पॉपूलर होया इन द यूनाइटेड स्टेट्स, यूनाइटेड स्टेट्स के जिहड़ा जज है वो पॉपूलर होया। हुणे पॉपूलर कदों होया, इस बारे भी थोड़ी जानकारी जरूरी है, इसलिए मैं तुहानूं दस दिना। ये होया सीगा 1920s दे विच। हुण 1920s मतलब 1920 का जिहड़ा दशक सीगा, 1920 तो लैके 1930 तक का आपां कह सकते हैं, है ना। ये जिहड़ा 10 साल का समा सीगा पूरा ही पॉपूलर सीगा। हुण ये समा की है द 1920s, मैं तुहानूं दस्सिया सीगा, जेकर रूल्स याद करो इत्थे लगेगा इन, तो इत्थे आएगा इन द 1920s। सतवां, आई एम जस्ट गोइंग आउट टू द शॉप, कहना मैं शॉप ते जा रहा। ठीक है, आई विल बी बैक, मैं वापस आ जावांगा। हुण देखो दुकान ते जा रहा, वापस आउण दी गल कर रहा है। हुण वापस दा मतलब ये समा दसूगा कि मैं किन्ने समय दे विच वापस आवांगा। जेकर देखो इत्थे दो समय दसे गए ने, एक तो 11 सैकेंड, 11 सैकेंड दे विच तां कोई भी वापस नहीं आ सकता, 11 सैकेंड तक घर चों निकलते ही लग जाते हैं। इस तो इलावा अबाउट 20 मिनट्स है, देखो अबाउट 20 मिनट्स, ये हुण कह रहा कि मैं घरों दुकान ते जा रहा, मैं लगभग 20 मिनटां दे विच वापस आ जाऊँगा, मतलब कि 20 मिनटां दे विच हुण तो लैके 20 मिनटां दे विच वापस आ जावांगा। जदों आपां नीचे इत्थे रूल मैं तुहानूं समझाए सीगे भी जदों आपां इह गल कहनी होवे हुण तो लैके इन्ने समय दे विच तां आपां इन दा यूज़ करदे हां, तां करके इत्थे आपां लिखांगे इन अबाउट 20 मिनट्स, इन अबाउट 20 मिनट्स, ये आंसर आएगा। 8वां, कैन आई स्पीक टू डैन, कि मैं डैन दे नाल आपां ने फोन किया, मान लो आप कह रहे हैं कि मैं डैन दे नाल गल कर सकदा, तो अगला जिहड़ा जिसने फोन चुक्या वो कहंदा आई एम अफ्रेड ही इज़ बिजी, वो बिजी है। हुण वो बिजी है, अगे आपां की कहांगे, आपां ये थोड़ी कहांगे वो बिजी है सैटरडे दिन, आपां गल तो हुण कर रहे हैं, इहदा मतलब वो ये कहने की कोशिश कर रहा है कि इस वक्त तो बिजी है, मतलब कि ही इज़ बिजी द मूमेंट, द मूमेंट।
द मोमेंट मतलब कि इत्थे आपां कहांगे एट द मोमेंट हुंदा इस वक्त ही इज़ बिजी एट द मोमेंट। देखो ये बिल्कुल ईजी बन गया। हुण अगे रह गए 3, ये 3 तुसीं खुद बना के कमेंट दे विच दसना है। सब तो पहला देखो मैं इन्हां दी पंजाबी तुहानूं दस दिना। पहला, मैनी ऑफ यूरोप्स ग्रेट कैथल्स हुंदे ने गिरजाघर, ਜਿਹੜੇ यूरोप ਦੇ बहुत सारे ਜਿਹੜੇ गिरजाघर ने वर बिल्ट ਉਹ ਬਣਾਏ ਗਏ ਸੀ ਡੈਸ਼। ਹੁਣ ਤੁਸੀਂ ਦੇਖਣਾ ਜਿਹੜੇ 3 ਵਜ ਗਏ ਉਹਨਾਂ ਦੇ ਵਿੱਚੋਂ ਕਦੋਂ ਬਣਾਏ ਗਏ ਸੀ, ਕੀ ਆਏਗਾ ਤੇ ਇਨ ਐਟ ਤੇ ਔਨ ਦੇ ਵਿੱਚੋਂ ਕੀ ਲਗਾਵਾਂਗੇ। 10ਵਾਂ, ਬੈਨ ਇਜ਼ ਅ ਵੈਰੀ ਫਾਸਟ ਰਨਰ। ਬੈਨ ਜਿਹੜਾ ਬਹੁਤ ਫਾਸਟ ਰਨਰ ਹੈ, ਹੀ ਕੈਨ ਰਨ 100 ਮੀਟਰਸ, ਉਹ 100 ਮੀਟਰ ਦੌੜ ਸਕਦਾ ਹੈ ਡੈਸ਼। ਹੁਣ ਕਦੋਂ ਦੌੜ ਸਕਦਾ, ਕਿੰਨੇ ਚ, ਉਹ ਤੁਸੀਂ ਖੁਦ ਦੇਖਣਾ। ਲਿਜ ਵਰਕਸ ਫਰੋਮ ਮੰਡੇ ਟੂ ਫਰਾਈਡੇ। ਜਿਹੜੀ ਲਿਜ ਹੈ ਜਿਹੜੀ ਉਹ ਮੰਡੇ ਤੋਂ ਲੈ ਕੇ ਫਰਾਈਡੇ ਤੱਕ ਕੰਮ ਕਰਦੀ ਹੈ। ਸਮਟਾਈਮਸ, ਪਰ ਕਈ ਵਾਰ ਸ਼ੀ ਆਲਸੋ ਵਰਕ, ਪਰ ਕਈ ਵਾਰ ਉਹ ਕੰਮ ਵੀ ਕਰਦੀ ਹੈ ਅੱਗੇ ਡੈਸ਼ ਆ ਗਿਆ। ਬਿਲਕੁਲ ਹੀ ਈਜ਼ੀ ਨੇ, ਮੇਰੇ ਪੰਜਾਬੀ ਬਣਾਉਣ ਦੇ ਨਾਲ ਹੀ ਤੁਹਾਨੂੰ ਸਮਝ ਆ ਜਾਣਾ ਚਾਹੀਦਾ। ਸੋ ਇਸ ਤਰ੍ਹਾਂ ਆਪਾਂ ਇਸ ਦੇ ਵਿੱਚ ਉੱਪਰੋਂ ਲੈ ਕੇ ਆਵਾਂਗੇ ਤੇ ਉਸ ਦੇ ਨਾਲ ਐਟ ਔਨ ਤੇ ਇਨ ਦਾ ਜਿਹੜਾ ਯੂਜ਼ ਆਪਾਂ ਉਹ ਕਰਾਂਗੇ। ਸੋ ਇਹ ਸੀ ਆਪਣੀ ਇਸ ਯੂਨਿਟ ਦੀ ਆਪਣੀ ਜਿਹੜੀ ਐਕਸਰਸਾਈਜ਼ ਹੈ ਸੈਕਿੰਡ। ਔਰ ਜਿਹੜੀ ਇਸ ਦੀ ਥਰਡ ਐਕਸਰਸਾਈਜ਼ ਹੈ ਇਸ ਯੂਨਿਟ ਦੀ, ਉਹ ਆਪਾਂ ਨਹੀਂ ਕਰਾਂਗੇ, ਸਿਰਫ ਉਹ ਪ੍ਰੈਕਟਿਸ ਦੇ ਲਈ ਹੈ, ਉਹ ਤੁਸੀਂ ਖੁਦ ਕਰੋ। ਉਸ ਦੇ ਵਿੱਚ ਕਰਨਾ ਕੀ ਹੈ ਮੈਂ ਤੁਹਾਨੂੰ ਦੱਸਦਾ। ਉਹਨਾਂ ਨੇ 2-2 ਸੈਂਟੈਂਸ ਦਿੱਤੇ ਨੇ। ਮੰਨ ਲਓ ਇੱਕ ਸੈਂਟੈਂਸ ਇੱਥੇ ਦਿੱਤਾ, ਇੱਧਰ ਆਪਣਾ ਨੰਬਰਿੰਗ ਪਾ ਕੇ, ਮੰਨ ਲਓ ਫਸਟ ਦਾ A ਇੱਥੇ ਸੈਂਟੈਂਸ ਦਿੱਤਾ, ਉਦੋਂ ਬਾਅਦ 'ਚ B ਇੱਥੇ ਲਿਖਤਾ। ਉਹ ਦੋਵੇਂ ਸੈਂਟੈਂਸ ਇੱਕੋ ਜਿਹੇ ਹੋਣਗੇ, ਇੱਕੋ ਜਿਹੇ। ਉਹਨਾਂ ਦੇ ਵਿੱਚ ਕੀ ਫਰਕ ਹੋਏਗਾ, ਮੰਨ ਲਓ ਕਿਸੇ ਜਗ੍ਹਾ ਤੇ ਐਟ ਆਉਣਾ ਸੀ ਤਾਂ ਉੱਥੇ ਉਹਨਾਂ ਨੇ ਇਨ ਲਗਾ ਰੱਖਿਆ ਇੱਕ ਦੇ ਵਿੱਚ, A ਤੇ B ਹੈ ਨਾ, ਤੇ ਆਪਾਂ ਉੱਥੇ ਉਹਨਾਂ ਨੂੰ ਆਪਾਂ ਦੱਸਣਾ ਹੈ ਕਿ ਇਹਨਾਂ ਦੇ ਵਿੱਚੋਂ ਕਿਹੜਾ ਰਾਈਟ ਹੈ, A ਰਾਈਟ ਹੈ ਜਾਂ B ਰਾਈਟ ਹੈ। ਉਹਨਾਂ ਨੇ 2 ਸੈਂਟੈਂਸ ਇੱਕੋ ਜਿਹੇ ਲਿਖ ਰੱਖੇ ਹੋਣਗੇ। ਇੱਕ ਦੇ ਵਿੱਚ ਮੰਨ ਲਓ ਇੱਥੇ ਆਉਣਾ ਸੀਗਾ, ਮੰਨ ਲਓ ਉਹਨੇ ਡੇਟ ਦਿੱਤੀ ਹੈ ਜਾਂ ਨਾਈਟ ਲਿਖਿਆ, ਇੱਕ ਦੇ ਵਿੱਚ ਤਾਂ ਉਹਨਾਂ ਨੇ ਐਟ ਨਾਈਟ ਹੀ ਲਿਖਿਆ ਹੋਏਗਾ, ਇੱਕ ਦੇ ਵਿੱਚ ਉਹਨਾਂ ਨੇ ਔਨ ਨਾਈਟ ਜਾਂ ਇਨ ਨਾਈਟ ਲਿਖਤਾ। ਤਾਂ ਆਪਾਂ ਦੇਖਣਾ ਸਹੀ ਕਿਹੜਾ, A ਹੈ ਜਾਂ B ਹੈ। ਔਰ ਕਈ ਵਾਰ ਅਜਿਹਾ ਵੀ ਹੋ ਸਕਦਾ ਕਿ ਦੋਨੋਂ ਹੀ ਰਾਈਟ ਹੋਣ, ਔਰ ਦੋਨੋਂ ਹੀ ਰਾਈਟ ਕਦੋਂ ਹੋਣਗੇ, ਜੇਕਰ ਤੁਹਾਡੇ ਯਾਦ ਹੋਵੇ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਜਿਹੜੇ ਦਿਨ ਹੁੰਦੇ ਨੇ ਸੰਡੇ ਮੰਡੇ ਟਿਊਜ਼ਡੇ, ਇਹਨਾਂ ਦੇ ਨਾਲ ਆਪਾਂ ਔਨ ਦਾ ਵੀ ਯੂਜ਼ ਕਰਦੇ ਹਾਂ ਤੇ ਵਿਦਆਊਟ ਔਨ ਵੀ ਚੱਲੇ ਜਾਂਦੇ ਨੇ। ਆਈ ਵਿਲ ਸੀ ਯੂ ਔਨ ਮੰਡੇ, ਆਈ ਵਿਲ ਸੀ ਯੂ ਮੰਡੇ, ਤਾਂ ਦੋਨੋਂ ਹੀ ਰਾਈਟ ਨੇ। ਤਾਂ ਜੇਕਰ ਦੋਨੋਂ ਹੀ ਰਾਈਟ ਹੋਣ ਤਾਂ ਤੁਸੀਂ ਨੇ ਬੋਥ ਲਿਖ ਦੇਣਾ ਹੈ। ਜੇਕਰ ਤੁਹਾਨੂੰ ਲੱਗਦਾ A ਰਾਈਟ ਹੈ A ਲਿਖ ਦੇਣਾ ਹੈ, ਜੇ ਲੱਗਦਾ B ਰਾਈਟ ਹੈ ਤਾਂ B ਲਿਖ ਦੇਣਾ ਹੈ। ਉਹ ਇਸ ਤਰ੍ਹਾਂ ਤੁਸੀਂ ਨੇ ਕਰਨੇ ਨੇ। ਐਗਜ਼ਾਮਸ ਦੇ ਵਿੱਚ ਇਸ ਤਰ੍ਹਾਂ ਦੇ ਜਿਹੜੇ ਆਪਣੇ ਸੈਂਟੈਂਸਸ ਨੇ ਬਹੁਤ ਮਤਲਬ ਰੇਅਰ ਚਾਂਸ ਹੁੰਦੇ ਨੇ ਆਉਣ ਦੇ। ਤੁਸੀਂ ਜ਼ਿਆਦਾਤਰ ਇਸ ਦੀ ਜਿਹੜੀ ਫਸਟ ਐਕਸਰਸਾਈਜ਼ ਹੈ ਉਸ ਤੇ ਪੂਰਾ ਜ਼ੋਰ ਦੇ ਕੇ ਰੱਖਣਾ ਹੈ। ਇਸ ਦੇ ਵੀ ਆਉਣ ਦੇ ਚਾਂਸ ਥੋੜ੍ਹੇ ਘੱਟ ਹੀ ਹੁੰਦੇ ਨੇ, ਬਟ ਇਹ ਪ੍ਰੈਕਟਿਸ ਬਹੁਤ ਵਧੀਆ ਹੁੰਦੀ ਹੈ ਇਹਨਾਂ ਦੇ ਨਾਲ। ਫਸਟ ਐਕਸਰਸਾਈਜ਼ ਦੀ ਜਿਹੜੀ ਤੁਸੀਂ ਪ੍ਰੈਕਟਿਸ ਆ ਉਹ ਚੰਗੀ ਤਰ੍ਹਾਂ ਕਰਨੀ ਹੈ। ਸੋ ਇਸ ਤਰ੍ਹਾਂ ਆਪਣੀ ਇਹ ਜਿਹੜੀ ਯੂਨਿਟ ਹੈ ਉਹ ਕੰਪਲੀਟ ਹੈ, 121 ਨੰਬਰ ਯੂਨਿਟ। ਸੋ ਇਸੇ ਦੇ ਨਾਲ ਹੀ ਜਿਹੜੇ ਆਪਣੇ BA 3rd ਸਮੈਸਟਰ ਹੈ ਉਸ ਦੀਆਂ ਸਾਰੀਆਂ ਜਿਹੜੀਆਂ ਯੂਨਿਟਸ ਨੇ ਆਪਾਂ ਉਹ ਕੰਪਲੀਟ ਕਰ ਚੁੱਕੇ ਹਾਂ। ਤੁਸੀਂ ਇਹਨਾਂ ਦੀ ਪ੍ਰੈਕਟਿਸ ਹੈ ਜਿਹੜੀ ਉਹ ਚੰਗੀ ਤਰ੍ਹਾਂ ਕਰਨੀ ਹੈ। ਔਰ ਇਸ ਦੇ ਨਾਲ ਹੀ ਇੱਕ ਚੀਜ਼ ਮੈਂ ਹੋਰ ਬਹੁਤ ਇੰਪੋਰਟੈਂਟ ਦੱਸਣਾ ਚਾਹੁੰਦਾ, ਕੁਛ ਹੀ ਦਿਨਾਂ ਦੇ ਵਿੱਚ ਬਹੁਤ ਜਲਦ ਹੀ ਕੋਸ਼ਿਸ਼ ਕਰਾਂਗੇ, ਜਲਦ ਹੀ ਤੁਹਾਡੇ ਲਈ ਇੱਕ PDF ਬਣਾਈ ਜਾਵੇ। ਜਿੰਨੀਆਂ ਵੀ ਯੂਨਿਟਸ ਨੇ ਤੁਹਾਡੀਆਂ, ਮੰਨ ਲਓ ਇਹ ਸ਼ੁਰੂ ਹੁੰਦੀਆਂ ਨੇ 191 ਤੋਂ ਲੈ ਕੇ ਮੇਬੀ 121 ਤੱਕ, ਤਾਂ ਜਿੰਨੀਆਂ ਵੀ ਯੂਨਿਟਸ ਨੇ ਉਹਨਾਂ ਦੇ ਵਿੱਚ ਇੰਪੋਰਟੈਂਟ ਜਿਹੜੇ ਐਕਸਰਸਾਈਜ਼ਸ ਨੇ, ਸਿਰਫ ਜਿਹੜੇ ਪੇਪਰਸ ਦੇ ਵਿੱਚ ਆ ਸਕਦੇ ਨੇ, ਉਹਨਾਂ ਨੂੰ ਮੈਂ ਅਲੱਗ ਤੋਂ ਇੱਕ ਰਜਿਸਟਰ ਦੇ ਉੱਪਰ ਲਿਖ ਕੇ, ਰੂਲਸ ਵੀ ਪੰਜਾਬੀ ਦੇ ਵਿੱਚ ਲਿਖ ਕੇ, ਔਰ ਇੱਧਰ ਜਿਹੜੀਆਂ ਮੇਨ ਐਕਸਰਸਾਈਜ਼ ਨੇ ਉਹ ਲਿਖ ਕੇ, ਬਿਲਕੁਲ ਇਹਨਾਂ ਨੂੰ ਆਪਾਂ ਮਤਲਬ ਕਿ ਕੱਟ ਕਰ ਦਾਂਗੇ। ਜਿਹੜੀਆਂ ਕਿ ਤੁਸੀਂ 1 ਜਾਂ 2 ਦਿਨ ਦੇ ਵਿੱਚ ਵੀ ਉਹਨਾਂ ਨੂੰ ਪੇਪਰ ਤੋਂ 1 ਦਿਨ ਪਹਿਲਾਂ ਜਾਂ 2 ਦਿਨ ਪਹਿਲਾਂ ਵੀ ਰੀਡ ਕਰੋਗੇ ਤਾਂ ਤੁਸੀਂ ਆਰਾਮ ਦੇ ਨਾਲ ਉੱਥੇ ਸਾਰੀ ਜਿਹੜੀ ਗ੍ਰਾਮਰ ਹੈ ਪੇਪਰ ਦੇ ਵਿੱਚ ਕਰ ਸਕੋਗੇ। ਉਹ PDF ਹੈ ਜਿਹੜੀ ਆਪਾਂ ਬਹੁਤ ਜਲਦ ਹੀ ਤਿਆਰ ਕਰਾਂਗੇ। ਜਦੋਂ PDF ਤਿਆਰ ਹੋ ਗਈ ਤੁਹਾਨੂੰ ਇੱਕ ਵੀਡੀਓ ਬਣਾ ਕੇ ਜਾਂ ਫਿਰ ਪੋਸਟ ਪਾ ਕੇ YouTube ਦੇ ਉੱਪਰ ਉਹ ਤੁਹਾਨੂੰ ਦੱਸ ਦਿੱਤੀ ਜਾਵੇਗੀ। ਸੋ ਉਮੀਦ ਹੈ ਕਿ ਇਹ ਜਿਹੜੀ ਐਕਸਰਸਾਈਜ਼ ਹੈ, ਇਹ ਜਿਹੜੀ ਯੂਨਿਟ ਹੈ ਤੁਹਾਡੇ ਚੰਗੀ ਤਰ੍ਹਾਂ ਸਮਝ ਆਈ ਹੋਵੇਗੀ। ਜੇਕਰ ਚੰਗੀ ਤਰ੍ਹਾਂ ਸਮਝ ਲੱਗੀ ਹੈ ਤਾਂ ਵੀਡੀਓ ਨੂੰ ਲਾਈਕ, ਸ਼ੇਅਰ ਤੇ ਕਮੈਂਟ ਜ਼ਰੂਰ ਕਰੋ। ਔਰ ਜੇਕਰ ਤੁਸੀਂ ਚੈਨਲ ਉੱਪਰ ਨਵੇਂ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਨਹੀਂ ਭੁੱਲਣਾ। ਸੋ ਮਿਲਦੇ ਹਾਂ ਅਗਲੀ ਵੀਡੀਓ ਲੈ ਕੇ, ਉਦੋਂ ਤੱਕ ਦਿਓ ਇਜਾਜ਼ਤ। ਥੈਂਕ ਯੂ ਸੋ ਮਚ।